एज पंजाबीज एज पीपल की गलत किया है कि एक औरत एक ऑपरेशन थिएटर ਦੇ ਵਿੱਚ जन्म दे रही है एक औरत ਨੂੰ ਜਿੱਥੇ ਕਿ ਤੁਹਾਡੀ डिलीवरी ਕਰਨ ਵਾਲੀ ਇੱਕ औरत है एनेस्थीसिया देने वाली एक औरत है ਤੁਹਾਡਾ ਜਿਹੜਾ ਡਿੱਗਿਆ ਹੋਇਆ ਖੂਨ ਸਾਫ਼ ਕਰਨ ਵਾਲੀ ਔਰਤ ਹੈ ਤੁਹਾਡੇ ਬੱਚੇ ਨੂੰ ਜਨਮ ਲੈ ਕੇ ਚੁੱਕਣ ਵਾਲੀ ਇੱਕ ਔਰਤ ਹੈ ਫਿਰ ਵੀ ਤੁਸੀਂ ਇੰਨੇ ਇਨਸਿਕਿਉਰ ਹੋ ਕਿ ਤੁਸੀਂ ਕਹਿ ਰਹੇ ਹੋ ਮੈਂ ਮਰ ਜਾ ਪਰ ਮੁੰਡਾ ਹੋ ਜੇ ਹੁਣ ਮੈਂ ਰੂਲ ਬਣਾ ਲਿਆ ਜਦੋਂ ਮੁੰਡਾ ਹੁੰਦਾ ਤੇ ਉਹ ਮਿਠਾਈ ਲੈ ਕੇ ਆਂਦੇ ਮੈਂ ਨਹੀਂ ਖਾਂਦੀ ਮੈਂ ਕਹਿੰਨੀ ਕਿ ਮੈਂ ਲੱਡੂ ਉਦੋਂ ਖਾਵਾਂਗੀ ਜਦੋਂ ਕੁੜੀ ਦੇ ਤੁਸੀਂ ਕੀ ਬਾਤ ਹੈ ਦੈਟਸ ਗ੍ਰੇਟ ਡਾਕਟਰ ਜੀ ਮੈਂ ਤੁਹਾਡੇ ਚੈਨਲ ਦੇ ਰਾਹੀਂ ਸਭ ਤੋਂ ਵੱਡੀ ਅਵੇਅਰਨੈਸ ਦੇਣਾ ਚਾਹੁੰਦੀ ਹੈ ਕਿ ਇੱਕ ਬੱਚੇ ਦਾ ਸੈਕਸ ਡਿਟਰਮਿਨ ਹੀ ਫਾਦਰ ਦਾ ਸਪਰਮ ਕਰਦਾ ਹੈ ਯੈਸ ਉਹਦੇ ਚ ਮਦਰ ਦਾ ਜੀ ਕੋਈ ਰੋਲ ਹੀ ਨਹੀਂ ਹੈਗਾ ਤੇ ਇਹ ਮੈਂ ਜਿੰਨੇ ਲੋਕਾਂ ਨੂੰ ਦੱਸਦੀ ਉਹ ਕਹਿੰਦੇ ਨਹੀਂ ਜੀ ਕੁੜੀ ਚ ਨੁਕਸ ਹੈ ਮੈਂ ਦੱਸਣਾ ਚਾਹੁੰਦੀ ਹਾਂ ਕੁੜੀ ਚ ਨੁਕਸ ਨਹੀਂ ਹੈ ਜੀ ਉਹਦਾ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਹੈ ਜੋ ਚੀਜ਼ਾਂ ਅੱਜ ਸਾਨੂੰ ਲਗਜ਼ਰੀ ਲੱਗਦੀਆਂ ਕਿ ਉਹ ਸਾਨੂੰ ਪੜਨ ਦਾ ਮੌਕਾ ਦਿੱਤਾ ਸੀ ਸਾਨੂੰ ਨਾ ਬਾਹਰ ਭੇਜਿਆ ਸੀ ਜੀ ਪੜਨ ਇਹ ਸਰ ਨਾਰਮਲ ਚੀਜ਼ਾਂ ਨੇ ਇਹ ਲਗਜ਼ਰੀ ਹੈ ਨਹੀਂ ਰੀਅਲ ਲਾਈਫ ਦੇ ਵਿੱਚ ਪਰ ਅਸੀਂ ਇੰਨੀ ਥੱਲਿਓਂ ਸ਼ੁਰੂ ਕੀਤਾ ਕਿ ਸਾਨੂੰ ਇਹ ਬਹੁਤ ਵੱਡੀਆਂ ਗੱਲਾਂ ਲੱਗਦੀਆਂ ਸੋ ਆਈ ਥਿੰਕ ਦ ਜਰਨੀ ਇਜ਼ ਟੂ ਮਚ ਸਰ ਸਲੋਲੀ ਚੇਂਜ ਆ ਰਿਹਾ ਕਿੱਡੀ ਵੱਡੀ ਗੱਲ ਆ ਜੋ ਨਿਮਰਤ ਤੁਸੀਂ ਕਹੀ ਆ ਕਿ ਉਹ ਇਹ ਵੀ ਨਹੀਂ ਦੇਖਦੇ ਵੀ ਉਹਦੇ ਸਾਥ ਚੱਲਦੇ ਨੇ ਨਹੀਂ ਚੱਲਦੇ ਉਹ ਪਹਿਲਾਂ ਇਹ ਦੇਖਦੇ ਨੇ ਕਿ ਇਹ ਮੁੰਡਾ ਹੈ ਜਾਂ ਕੁੜੀ ਹੈ few days ago I was very pleasantly surprised कि हुण एक नोटिस आया है सानू गवर्नमेंट वालों कि कोई भी फीमेल प्रेगनेंट औरत जो हॉस्पिटल च एडमिट हुंदी है वो कोई तंग हुंदी है कोई डिलीवरी तो बाद उन्होंने इन लॉस तंग करती है या कुछ नाल दी नाल रिपोर्ट की जाए ਸਤਿ ਸ਼੍ਰੀ ਅਕਾਲ ਮੈਂ ਯੋਗੇਸ਼ ਤੁਹਾਡੇ ਨਾਲ ਲਾਈਵ ਟਾਕਸ ਦੇ ਇੱਕ ਨਵੇਂ ਐਪੀਸੋਡ ਦੇ ਵਿੱਚ ਤੇ ਅੱਜ ਮੈਂ ਚੰਡੀਗੜ੍ਹ ਦੇ ਸੈਕਟਰ 9 ਦੇ ਵਿੱਚ ਹਾਂ ਤੇ ਮੇਰੇ ਨਾਲ ਡਾਕਟਰ ਨਿਮਰਤ ਨੇ ਜੋ ਕਿ MBBS ਨੇ ਯੰਗਸਟਰ ਨੇ MD ਤੇ ਪੀਡੀਆਟ੍ਰੀਸ਼ਨ ਵੀ ਨੇ ਨਾਲ ਸਪੈਸ਼ਲਿਟੀ ਇਹਨਾਂ ਦੀ ਪੰਜਾਬੀ 'ਚ ਗੱਲ ਕਰੀਏ ਤਾਂ ਬੱਚਿਆਂ ਦੇ ਡਾਕਟਰ ਸੋ ਨਾਲ ਰਾਈਟਰ ਵੀ ਨੇ ਰਾਈਟਿੰਗ ਦੀ ਇੱਕ ਲੈਗੇਸੀ ਹੈ ਇਹਨਾਂ ਦੇ ਕੋਲ ਇਹਨਾਂ ਦੇ ਨਾਨਾ ਜੀ ਚਾਚਾ ਚੰਡੀਗੜ੍ਹੀਆ ਤੇ ਉਸ ਤੋਂ ਬਾਅਦ ਇਹਨਾਂ ਦੇ ਮਦਰ ਬੱਬੂ ਧੀਰ ਮੈਮ ਬਹੁਤ ਅੱਛੇ ਰਾਈਟਰ ਨੇ ਉਹ ਵੀ ਬਹੁਤ ਫੇਮਸ ਕਾਲਮਸ ਉਹਨਾਂ ਦੇ ਵੱਖ-ਵੱਖ ਨਿਊਜ਼ਪੇਪਰ ਜਾਂ ਆਪਾਂ ਪੜ੍ਹਦੇ ਰਹਿੰਦੇ ਹਾਂ ਤੇ ਬੜੀ ਇੰਟਰਸਟਿੰਗ ਗੱਲਾਂ ਹੋਣ ਵਾਲੀਆਂ ਨੇ ਖਾਸ ਕਰ ਜੇਕਰ ਕੋਈ ਔਰਤ ਇਸ ਦੇਖ ਰਹੀ ਆ ਸਾਡੀ ਗੱਲਬਾਤ ਨੂੰ ਤਾਂ ਉਹ ਜ਼ਰੂਰ ਜੁੜੇ ਰਹਿਣ ਕਿਉਂਕਿ ਉਹਨਾਂ ਨਾਲ ਜੁੜੀਆਂ ਹੋਈਆਂ ਗੱਲਾਂ ਹੋਣੀਆਂ ਨੇ ਸੋ ਨਿਮਰਤ ਜੀ ਸਵਾਗਤ ਹੈ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਰ ਆਲ ਠੀਕ ਠਾਕ ਹੋ ਬਿਲਕੁਲ ਬਹੁਤ ਸਭ ਵਧੀਆ ਨੌਕਰੀ ਕਿੱਦਾਂ ਚੱਲ ਰਹੀ ਹੈ ਪਹਿਲਾਂ ਤਾਂ ਇਹ ਦੱਸੋ ਸਰ ਬਸ ਨੌਕਰੀ ਸਾਨੂੰ ਚਲਾ ਰਹੀ ਹੈ ਅਸੀਂ ਉਹਨਾਂ ਦੇ ਨਾਲ ਹੀ ਚੱਲ ਰਹੇ ਸਰ ਸਵੇਰੇ ਹਸਪੀਟਲ ਜਾਈਦਾ ਸ਼ਾਮ ਨੂੰ ਘਰੇ ਆ ਜਾਈਦਾ ਪਤਾ ਹੀ ਨਹੀਂ ਲੱਗਦਾ ਦਿਨਾਂ ਦਾ ਤੇ ਲੋਕੀ ਕਹਿੰਦੇ ਕਿ ਗਵਰਨਮੈਂਟ ਹਸਪੀਟਲ ਜਿੰਨੇ ਨੇ ਬਸ ਡਾਕਟਰਾਂ ਦੀ ਉਮਰ 19 ਕੀ ਹੁੰਦੀ ਹੈ ਸੋ ਨੌਕਰੀ ਸਾਨੂੰ ਚਲਾ ਰਹੀ ਹੈ ਸਰ ਰਾਈਟ ਤੇ ਡਾਕਟਰ ਦੇ ਨਾਲ ਇਹ ਲਿਖਣ ਦਾ ਸ਼ੌਂਕ ਜਿੱਦਾਂ ਕਿ ਦੱਸਿਆ ਵੈਸੇ ਤਾਂ ਤੁਹਾਡੀ ਲੈਗੇਸੀ ਹੈ ਹਾਂਜੀ ਰਾਈਟ ਪਰ ਫਿਰ ਵੀ ਇਹ ਲੈਗੇਸੀ ਕੈਰੀ ਕਿਉਂ ਕਰੀ ਤੁਸੀਂ ਤੁਹਾਨੂੰ ਕਿਉਂ ਲੱਗਿਆ ਵੀ ਮੈਨੂੰ ਵੀ ਲਿਖਣਾ ਚਾਹੀਦਾ ਰਾਈਟ ਸੋ ਸਰ ਬਚਪਨ ਤੋਂ ਸਾਨੂੰ ਥੋੜਾ ਬਹੁਤਾ ਸ਼ੌਕ ਸੀਗਾ ਸਾਡੇ ਲੈਗੇਸੀ ਤਾਂ ਹੈਗੀ ਹੈ ਪਰ ਸਾਡੇ ਮਦਰ ਨੇ ਨਾ ਸਾਨੂੰ ਡਾਇਰੀਜ਼ ਲੈ ਕੇ ਦਿੱਤੀਆਂ ਸੀ ਵੈਨ ਵੀ ਵਰ ਇਨ ਕਲਾਸ 6 ਐਂਡ 5 ਤੇ ਉਹਨਾਂ ਨੇ ਕਿਹਾ ਕਿ ਕੁਝ ਵੀ ਜ਼ਰੂਰੀ ਹੁੰਦਾ ਦਿਨ 'ਚ ਕੋਈ ਅੱਛਾ ਕੋਈ ਮਾੜਾ ਆਲਵੇਜ਼ ਰਾਈਟ ਇਟ ਡਾਊਨ ਕਿਉਂਕਿ ਜਦੋਂ ਬੰਦਾ ਲਿਖਦਾ ਹੈ ਸਰ ਵੈਨ ਯੂ ਆਰ ਰਾਈਟਿੰਗ ਇਟ ਡਾਊਨ ਤੁਹਾਨੂੰ ਇੱਕ ਡਿਫਰੈਂਟ ਪਰਸਪੈਕਟਿਵ ਮਿਲਦਾ ਹੈ ਐਂਡ ਆਲਸੋ ਆਈ ਥਿੰਕ ਬਾਈ ਦਾ ਟਾਈਮ ਜਿਵੇਂ ਅਸੀਂ ਵੱਡੇ ਹੋਏ ਸਾਨੂੰ ਇਹ ਫੀਲਿੰਗ ਹੁੰਦੀ ਸੀ ਕਿ ਉਦੋਂ ਬੜਾ ਗੁੱਸਾ ਚੜਨਾ ਕਿ ਮੇਰੀ ਭੈਣ ਨੇ ਮੇਰਾ ਚਾਕਲੇਟ ਲੈ ਲਿਆ ਉਹ ਲਿਖ ਦੇਣਾ ਪਰ ਬਾਈ ਦਾ ਟਾਈਮ ਅਸੀਂ ਲਿਖਦੇ ਪੇਪਰ ਤੇ ਪਾਉਂਦੇ ਗੁੱਸਾ ਵੀ ਠੰਡਾ ਹੋ ਜਾਂਦਾ ਸੀ ਸੋ ਦੇयर ਵਾਸ ਅਨਦਰ ਐਂਗਲ ਆਫ ਲੁਕਿੰਗ ਐਟ ਇਟ ਐਂਡ ਆਈ ਥਿੰਕ ਹੁਣ ਸਪੈਸ਼ਲੀ ਇਨ ਦ ਲੋਕਡਾਊਨ ਕਿੰਨਾ ਟ੍ਰੈਂਡ ਆ ਗਿਆ ਸੀ ਗ੍ਰੇਟਫੁਲ ਜਰਨਲਸ ਦਾ ਤੇ ਇਹ ਤਾਂ ਅਸੀਂ ਕਰਦੇ ਲਿਖਦੇ ਆ ਰਹੇ ਸੋ ਜਦੋਂ ਤੁਸੀਂ ਕਿਸੇ ਚੀਜ਼ ਨੂੰ ਲਿਖੋ ਯੂ ਪੁੱਟ ਇਟ ਡਾਊਨ ਮਤਲਬ ਇੱਕ ਹਿਸਟਰੀ ਤਾਂ ਰਹਿ ਹੀ ਜਾਂਦੀ ਹੈ ਪਰ ਤੁਹਾਨੂੰ ਇੱਕ ਡਿਫਰੈਂਟ ਐਂਗਲ ਮਿਲ ਜਾਂਦਾ ਹੈ ਆਫ ਲੁਕਿੰਗ ਬੈਕ ਇਨਟੂ ਲਾਈਫ ਕਿ ਯਾਰ ਉਦੋਂ ਆਪਾਂ ਕੀ ਸੋਚਦੇ ਸੀ ਕਿ ਮੇਰੀ ਭੈਣ ਨੇ ਚਾਕਲੇਟ ਲੈ ਲਿਆ ਕਿੰਨੀ ਵੱਡੀ ਗੱਲ ਸੀ ਵੈਸੇ ਕਹਿੰਦੇ ਡਾਕਟਰਾਂ ਦੀ ਤਾਂ ਰਾਈਟਿੰਗ ਵਧੀਆ ਨਹੀਂ ਹੁੰਦੀ ਨਹੀਂ ਸਰ ਐਬਸੋਲੂਟਲੀ ਮੈਂ ਕਈ ਵਾਰੀ ਹੱਸਦੀ ਹੁੰਨੀ ਹਾਂ ਕਿ ਜਦੋਂ ਮੈਂ ਆਪਣੀ ਡਾਇਰੀ ਲਿਖਦੀ ਮੇਰੀ ਹੈਂਡਰਾਈਟਿੰਗ ਕਿੰਨੀ ਡਿਫਰੈਂਟ ਹੈ ਪਰ ਜਦੋਂ ਦਿਨ 'ਚ 100-150 ਪੇਸ਼ੈਂਟ ਦੇਖੀਦਾ ਐਂਡ 'ਚ ਤਾਂ ਲੀਕਾਂ ਹੀ ਵੱਜ ਰਹੀਆਂ ਹੁੰਦੀਆਂ ਸੋ ਦਿਸ ਇਜ਼ ਵੈਸੇ ਚਲੋ ਪਹਿਲਾਂ ਇਹ ਤੇ ਗੱਲ ਕਰਦੇ ਹਾਂ ਇਹ ਡਾਕਟਰਾਂ ਦੀ ਰਾਈਟਿੰਗ ਇਦਾਂ ਦੀ ਕਿਉਂ ਹੁੰਦੀ ਹੈ ਸਰ ਆਦਤ ਹੋ ਜਾਂਦੀ ਆ ਜਾਂ ਜਾਣ ਬੁੱਝ ਕੇ ਕਿਉਂ ਲਿਖਦੇ ਆ ਸਰ ਜਿਵੇਂ ਹੈਰੀ ਪੋਟਰ ਚੋਂ ਪੈਨ ਆਪੇ ਹੀ ਨਹੀਂ ਚੱਲਦਾ ਕਾਗਜ਼ ਤੇ 50-60 ਪੇਸ਼ੈਂਟਸ ਤੋਂ ਬਾਅਦ ਇਦਾਂ ਹੀ
ਪੈਨ ਚੱਲੀ ਜਾਂਦਾ ਹੈ, ਦਿਮਾਗ ਵੀ ਉਦਾਂ ਹੀ ਚੱਲੀ ਜਾਂਦਾ, ਪੈਨ ਵੀ ਉਦਾਂ ਹੀ ਚੱਲੀ ਜਾਂਦਾ। ਬਾਏ ਦਾ ਵੇ ਸ਼ੀ ਇਜ਼ ਅ ਡਾਟਰ ਆਫ ਡਾਕਟਰ, ਰਾਈਟ, ਤੇ ਮਦਰ ਰਾਈਟਰ ਨੇ, ਬੜੇ ਘੈਂਟ ਕੰਬੀਨੇਸ਼ਨ ਫੈਮਿਲੀ ਚ ਮਿਲਦੇ ਨੇ। ਤੇ ਨਿਮਰਤ, ਇਹ ਕਿਸ ਤਰ੍ਹਾਂ ਦੀਆਂ ਚੀਜ਼ਾਂ ਹੁਣ ਤੁਸੀਂ ਲਿਖ ਰਹੇ ਹੋ ਜਾਂ ਲਿਖਣਾ ਚਾਹੁੰਦੇ ਹੋ? ਰਾਈਟ ਸਰ, ਸੋ ਤੁਸੀਂ ਬੜੀ ਰਾਈਟਫੁਲੀ ਮੈਂਸ਼ਨ ਕੀਤਾ ਆਈ ਐਮ ਅ ਡਾਟਰ ਆਫ ਅ ਡਾਕਟਰ, ਤੇ ਕਮਿੰਗ ਫਰਮ ਦੈਟ ਬੈਕਗਰਾਊਂਡ ਸਰ, ਮੇਰਾ ਕੋਈ ਕ੍ਰੀਏਟਿਵ ਸੀ ਨਹੀਂ ਕੋਈ ਇੰਟਰੋਡਕਸ਼ਨ। ਮਤਲਬ ਅਸੀਂ ਸ਼ੁਰੂ ਤੋਂ ਹੀ ਪੜ੍ਹਨ ਲਿਖਣ, ਬੁੱਕਸ, ਪ੍ਰਿਸਕ੍ਰਿਪਸ਼ਨ ਰਾਈਟਿੰਗ ਇਹੀ ਕੀਤਾ ਹੈ, ਤੇ ਕੋਈ ਕ੍ਰੀਏਟਿਵ ਬੈਕਗਰਾਊਂਡ ਨਹੀਂ ਸੀਗਾ। ਸੋ ਮਾਈ ਰਾਈਟਿੰਗ ਇਜ਼ ਬੇਸਿਕਲੀ ਜੋ ਮੈਂ ਦੇਖਦੀ ਹੈ, not from dad side but mother side ਤਾਂ ਹੈਗਾ ਸੀ। ਮਦਰ ਸਾਈਡ ਤੇ ਸੀਗਾ ਸਰ, ਪਰ ਕਦੇ ਉਸ ਡਾਇਰੈਕਸ਼ਨ ਦੇ ਵਿੱਚ ਕੰਮ ਨਹੀਂ ਕੀਤਾ। ਮਤਲਬ ਡੈਫੀਨਿਟਲੀ ਮਮਾ ਦੇ ਲਿਖੇ ਆਰਟੀਕਲਸ ਪੜ੍ਹੀ ਦੇ ਹੈ, ਵੱਡੇ ਪਾਪਾ ਦੀ ਪੜ੍ਹੀਆਂ ਹੋਈਆਂ ਬੁੱਕਸ ਪੜ੍ਹੀ ਦੀਆਂ, ਮਾਈ ਸਿਸਟਰ ਇਜ਼ ਅ ਵੈਰੀ ਐਸਟੈਬਲਿਸ਼ਡ ਰਾਈਟਰ, ਬਟ ਆਈ ਨੈਵਰ ਹੈਡ ਦੈਟ ਕਾਈਂਡ ਆਫ ਐਕਸਪੋਜ਼ਰ ਜੀ। ਆਈ ਥਿੰਕ ਇੱਕ ਵਾਰੀ ਤੁਸੀਂ ਕਹਿੰਦੇ ਨਾ ਰੈਟ ਰੇਸ ਫਸ ਜਾਂਦੇ ਹੋ, ਤੁਸੀਂ ਇੱਕ ਵਾਰੀ 11ਵੀਂ 12ਵੀਂ 'ਚ ਮੈਡੀਕਲ ਲੈ ਲਿਆ, ਫਿਰ ਤੁਸੀਂ MBBS MD ਸਾਰਾ ਨਾਲ ਚੱਲਦਾ ਰਹਿੰਦਾ, ਯੂ ਡੋਂਟ ਰੀਅਲੀ ਹੈਵ ਟਾਈਮ ਟੂ ਬਿਲਡ ਐਨੀ ਹੌਬੀ। ਤੁਹਾਡੀ ਮਤਲਬ ਕੋਈ ਪੁੱਛਦਾ ਸੀ ਮੈਡੀਕਲ ਕਾਲਜ ਹੌਬੀ, ਤੇ ਆਈ ਸਟਿਲ ਰਿਮੈਂਬਰ ਮੈਂ ਕਹਿੰਦੀ ਸੀ ਗੋਇੰਗ ਫॉर ਅ ਵਾਕ, ਕਿਉਂਕਿ ਕੁਝ ਹੋਰ ਲੱਭਦਾ ਹੀ ਨਹੀਂ ਸੀ ਕਹਿਣ ਨੂੰ। ਸੋ ਯੂ ਡੋਂਟ ਹੈਵ ਟਾਈਮ ਟੂ ਡਿਵੈਲਪ ਦੈਟ। ਸੋ ਹੁਣ ਸਰ ਜਦੋਂ ਮੈਂ MD ਕਰਕੇ ਆਈ ਹਾਂ ਵਾਪਸ, I am the kind of writer ਕਿ I need to see something which I feel very strongly, ਤੇ ਮੈਂ ਉਹਦੇ ਬਾਰੇ ਲਿਖ ਸਕਦੀ ਹਾਂ। ਪਰ ਜੇ ਤੁਸੀਂ ਮੈਨੂੰ ਕਹਿ ਦਿਓ ਕਿ ਕ੍ਰਿਕਟ ਮੈਚ ਇਨ ਪਾਕਿਸਤਾਨ ਬਾਰੇ ਲਿਖੋ, ਮੇਰੇ ਕੋਲ ਕੁਝ ਨਹੀਂ ਹੋਣਾ ਲਿਖਣ ਲਈ। ਸੋ I think I am that kind of writer ਜੀ। I don't have that talent ਕਿ ਮੈਂ ਕੁਝ ਵੀ ਲਿਖ ਦੇਵਾਂ। I need to feel it very strongly, I need to believe in it। That's where my writing comes from ਜੀ। ਸੋ ਮਾਈ ਫਰਸਟ ਆਰਟੀਕਲ ਜਿਹੜਾ ਮੈਂ ਲਿਖਿਆ ਆਲਸੋ ਇਵੇਂ ਹੀ ਹੋਇਆ ਸਰ। ਮੈਂ ਇੱਕ ਦਿਨ ਰਾਊਂਡਸ ਤੇ ਜਾ ਰਹੀ ਸੀਗੀ, ਤੇ ਇੱਕ ਲੇਡੀ ਬੜੀ ਬੇਹੋਸ਼ੀ ਦੀ ਹਾਲਤ ਸੀ, ਉਹਦਾ ਐਮਰਜੈਂਸੀ ਆਪਰੇਸ਼ਨ ਹੋ ਰਿਹਾ ਸੀ, ਸ਼ੀ ਵਾਸ ਪ੍ਰੈਗਨੈਂਟ 9 months, ਤੇ ਉਹ ਕਾਫੀ ਬਲੀਡ ਕਰ ਰਹੀ ਸੀਗੀ, ਐਂਡ ਬੇਹੋਸ਼ੀ ਦੀ ਹਾਲਤ, ਸ਼ੀ ਵਾਸ ਵੈਰੀ ਵੈਰੀ ਸਿਕ, ਆਕਸੀਜਨ ਲੱਗੀ ਹੋਈ ਸੀ, IV ਕੈਨਲਾ ਲੱਗਿਆ ਹੋਇਆ ਸੀ, ਸਾਹ ਉਹਨੂੰ ਇੰਨਾ ਔਖਾ ਆ ਰਿਹਾ ਸੀ। ਬਸ ਉਹਦਾ ਇੱਕ ਹੀ ਕੰਸਰਨ ਸੀ ਕਿ ਮੁੰਡਾ ਹੋ ਗਿਆ ਨਾ, ਕੁੜੀ ਤਾਂ ਨਹੀਂ ਹੋਈ। ਐਂਡ ਦੈਟ ਇਨਸੀਡੈਂਟ ਰੀਲੀ ਸ਼ੌਕਡ ਮੀ, ਐਂਡ ਆਈ ਰਿਮੈਂਬਰ ਕਿ ਮੈਂ ਵਾਪਸ ਆ ਕੇ ਆਪਣੇ ਰਾਊਂਡਸ ਤੋਂ ਆਪਣੇ ਨੋਟਸ ਦੇ ਵਿੱਚ ਲਿਖਿਆ, ਕਿਉਂਕਿ ਹੁਣ ਡਾਇਰੀਆਂ ਤਾਂ ਸਰ ਰਿਪਲੇਸ ਹੋ ਗਿਆ ਆਪਣੇ ਫੋਨਾਂ ਦੇ ਨਾਲ, ਤੇ ਮੈਂ ਆਪਣੇ ਨੋਟਸ ਵੀ ਲਿਖਿਆ ਕਿ ਵਾਈ ਇਜ਼ ਗਰਲ ਚਾਈਲਡ ਨਾਟ ਇਵਨ ਗਿਵਨ ਅ ਰਾਈਟ ਕਿ ਯਾਰ ਤੂੰ ਸਾਹ ਤਾਂ ਲੈ ਲਾ, ਨਾਟ ਇਵਨ ਦੈਟ। ਮਤਲਬ ਉਹ ਔਰਤ ਡੈਥ ਬੈੱਡ ਤੇ ਸੀ, ਐਬਸੋਲੂਟਲੀ, ਪਰ ਉਹਨੂੰ ਸਭ ਤੋਂ ਵੱਡੀ ਫਿਕਰ ਕੀ ਸੀ ਕਿ ਮੇਰੇ ਮੁੰਡਾ ਹੋਇਆ ਕਿ ਕੁੜੀ ਹੋਈ ਆ। ਤੇ ਮੁੰਡਾ ਹੋ ਗਿਆ ਤਾਂ ਮੈਂ ਆਰਾਮ ਨਾਲ ਪਤਾ ਨਹੀਂ ਕਿਹੜੇ ਸਵਰਗ ਦੇ ਵਿੱਚ ਪਹੁੰਚ ਜਾਵਾਂਗੀ, ਕੁੜੀ ਹੋ ਗਿਆ ਤਾਂ ਮੈਨੂੰ ਸ਼ਾਇਦ ਮੌਤ ਦੇ ਮੂੰਹ ਤੋਂ ਵੀ ਕੱਢ ਲਿਆਣ ਕਿ ਤੂੰ ਇੱਕ ਹੋਰ ਬੱਚਾ ਜੰਮ। ਐਂਡ ਆਈ ਥਿੰਕ ਸਰ ਇਸ ਕਾਈਂਡ ਆਫ ਸਿਕਿਉਰਿਟੀ ਨੇ ਮੈਨੂੰ ਕਾਫੀ ਹਿਲਾਇਆ, ਬਿਕੋਜ਼ ਮੈਂ ਇੱਕ ਘਰ ਤੋਂ ਆਉਂਦੀ ਹਾਂ ਜਿੱਥੇ ਮੇਰੇ ਮਦਰ ਇੱਕ ਇਕੱਲੇ ਡਾਟਰ ਹੈਗੇ ਨੇ, ਮੈਂ ਤੇ ਮੇਰੇ ਸਿਸਟਰ 2 ਡਾਟਰਸ ਹੈਗੇ ਆ, ਮੇਰੀ ਗਾਂ ਭੈਣ ਦੇ 2 ਡਾਟਰਸ ਹੈ। ਸੋ ਫॉर ਅ ਵੈਰੀ ਲੌਂਗ ਟਾਈਮ ਇੱਦਾਂ ਦਾ ਸਰ ਕੁਝ ਨਾ ਐਕਸਪੀਰੀਅੰਸ ਕੀਤਾ ਸੀ। ਤੇ ਫਿਰ ਉਸ ਤੋਂ ਬਾਅਦ ਸਾਊਥ ਇੰਡੀਆ ਤਾਂ ਹੈ ਹੀ ਸਾਰਾ ਇਕੁਆਲਿਟੀ, ਤੇ ਉੱਥੇ ਤਾਂ ਬਿਲਕੁਲ ਹੀ ਨਹੀਂ ਦੇਖਿਆ। ਸੋ ਇੱਥੇ ਆ ਕੇ ਕਾਫੀ ਅੱਖਾਂ ਖੁੱਲੀਆਂ। ਪਰ ਆਪਣੇ ਪੰਜਾਬ ਦਾ ਬੁਰਾ ਹਾਲ ਹੈ, ਬਹੁਤ ਬੁਰਾ ਹਾਲ ਹੈ ਜੀ। ਮੈਂ ਕਈ ਵਾਰੀ ਸਾਊਥ ਇੰਡੀਆ ਦੇ ਵਿੱਚ ਫਰੈਂਡਸ ਨਾਲ ਫੇਸ ਟਾਈਮ ਹੁੰਦਾ, ਗੱਲਾਂ ਹੁੰਦੀਆਂ, ਤੇ ਕੋਈ ਫੈਮਿਨਿਜ਼ਮ ਵਾਕ ਹੋ ਰਹੀ ਹੁੰਦੀ ਹੈ, ਰਾਈਟ ਟੂ ਪੇ, ਇਕੁਆਲਿਟੀ ਇਨ ਓਪਰਚੁਨਿਟੀ ਦੀ ਗੱਲ ਹੁੰਦੀ ਹੈ, ਤੇ ਆਈ ਫੀਲ ਵੈਰੀ ਸਮਾਲ ਐਜ਼ ਅ ਪੰਜਾਬੀ। ਤੁਸੀਂ ਕਿੰਨੀਆਂ ਡਿਲੀਵਰੀਜ਼ ਹੁਣ ਤੱਕ ਕਰਾ ਚੁੱਕੇ ਹੋ? ਸਰ ਅਬਾਊਟ 1000 ਯੂ ਕੈਨ ਸੇ, 500 ਇਨ ਮਾਈ MD। ਹਾਂਜੀ ਸਰ। 1000 ਬੱਚਿਆਂ ਨੂੰ ਨਿਮਰਤ ਇਸ ਦੁਨੀਆ ਦੇ ਵਿੱਚ ਲੈ ਕੇ ਆਏ ਨੇ, ਤੇ ਡਾਕਟਰ ਇਜ਼ ਦਾ ਪਰਸਨ ਜਿਹੜਾ ਕਿ ਮਾਂ ਤੋਂ ਵੀ ਪਹਿਲਾਂ ਬੱਚੇ ਨੂੰ ਦੇਖਦਾ ਹੈ, ਤੇ ਡਾਕਟਰ ਇੱਕ ਉਹ ਪਰਸਨ ਹੁੰਦਾ ਜਿਹੜਾ ਮਾਂ ਨੂੰ ਦੱਸਦਾ ਹੈ ਵੀ ਕੀ ਹੋਇਆ, ਮੇਲ ਜਾਂ ਫੀਮੇਲ, ਚਲੋ ਜੋ ਵੀ, ਉਹ ਕੁਦਰਤ ਹੈ। ਤੇ ਨਿਮਰਤ, ਇਹ ਤਾਂ ਤੁਸੀਂ ਇੱਕ ਕਿੱਸਾ ਦੱਸਿਆ, ਹਾਂਜੀ, ਇਹੋ ਜਿਹੇ ਕਿੰਨੇ ਕੁ ਕਿੱਸੇ ਹੁੰਦੇ ਨੇ। ਇੱਕ ਔਰਤ ਨੂੰ ਜੰਮ ਕੇ ਖੁਸ਼ ਨਹੀਂ ਹੋ ਰਹੀ, ਤੇ ਤੁਸੀਂ ਉਸ ਦੇ ਵਿਟਨੈਸ ਹੋ, ਹਾਂਜੀ, ਰਾਈਟ। ਤੇ ਜਦੋਂ ਤੁਸੀਂ ਦੇਖਦੇ ਹੋ ਇਹ ਸਿਨੈਰੀਓ, ਬਿਕਾਜ਼ ਚਿਹਰੇ ਤੋਂ ਪਤਾ ਲੱਗ ਜਾਂਦਾ, ਕੁਝ ਤਾਂ ਬੋਲ ਦਿੰਦੀਆਂ ਨੇ, ਕੁਝ ਨਹੀਂ ਬੋਲਦੀਆਂ। ਐਜ਼ ਡਾਕਟਰ, ਐਜ਼ ਕ੍ਰੀਏਟਿਵ, ਐਜ਼ ਰਾਈਟਰ, ਜਦੋਂ ਤੁਸੀਂ ਦੇਖਦੇ ਹੋ ਵੀ ਯਾਰ ਇਹ ਜਨਮ ਦਿਵਾਉਣ ਵਾਲੀ ਔਰਤ, ਜਨਮ ਦੇਣ ਵਾਲੀ ਔਰਤ, ਜਨਮ ਲੈਣ ਵਾਲੀ ਔਰਤ, ਫਿਰ ਵੀ ਉੱਥੇ ਖੁਸ਼ੀ ਨਹੀਂ ਹੈਗੀ, ਵਾਈ? ਕੀ ਲੱਗਦਾ ਤੁਹਾਨੂੰ? ਸਰ ਇਸੇ ਕਰਕੇ ਮੈਂ ਆਪਣਾ ਪਹਿਲਾ ਆਰਟੀਕਲ ਲਿਖਿਆ ਸੀ ਕਿ ਇਹੋ ਜਿਹਾ ਅਸੀਂ ਐਜ਼ ਅ ਜਨਰੇਸ਼ਨ, ਐਜ਼ ਪੰਜਾਬੀਜ਼, ਐਜ਼ ਪੀਪਲ ਕੀ ਗਲਤ ਕੀਤਾ ਹੈ ਕਿ ਇੱਕ ਔਰਤ ਇੱਕ ਆਪਰੇਸ਼ਨ ਥੀਏਟਰ ਦੇ ਵਿੱਚ ਜਨਮ ਦੇ ਰਹੀ ਹੈ, ਇੱਕ ਔਰਤ ਨੂੰ, ਜਿੱਥੇ ਕਿ ਤੁਹਾਡੀ ਡਿਲੀਵਰੀ ਕਰਨ ਵਾਲੀ ਇੱਕ ਔਰਤ ਹੈ, ਐਨਸਥੀਸੀਆ ਦੇਣ ਵਾਲੀ ਇੱਕ ਔਰਤ ਹੈ, ਤੁਹਾਡਾ ਜਿਹੜਾ ਡਿੱਗਿਆ ਹੋਇਆ ਖੂਨ ਸਾਫ਼ ਕਰਨ ਵਾਲੀ ਔਰਤ ਹੈ, ਤੁਹਾਡੇ ਬੱਚੇ ਨੂੰ ਜਨਮ ਲੈ ਕੇ ਚੁੱਕਣ ਵਾਲੀ ਇੱਕ ਔਰਤ ਹੈ, ਫਿਰ ਵੀ ਤੁਸੀਂ ਇੰਨੇ ਇਨਸਿਕਿਉਰ ਹੋ ਕਿ ਤੁਸੀਂ ਕਹਿ ਰਹੇ ਹੋ ਮੈਂ ਮਰ ਜਾ ਪਰ ਮੁੰਡਾ ਹੋ ਜੇ। ਇਹੋ ਜਿਹਾ ਅਸੀਂ ਐਜ਼ ਅ ਜਨਰੇਸ਼ਨ ਕੀ ਗਲਤ ਕੀਤਾ ਹੈ। ਐਂਡ ਥੀਸ ਆਰ ਵੈਰੀ ਸਮਾਲ ਐਗਜ਼ਾਮਪਲਸ ਜੀ। ਮੈਂ ਮਤਲਬ ਵੈਰੀ ਕੌਨਸ਼ੀਅਸ ਡਿਸੀਜਨਸ ਹੈ ਤਾਂ ਕੁਝ ਵੀ ਨਹੀਂ। ਹੁਣ ਜਦੋਂ ਮੈਂ ਬੱਚਿਆਂ ਨੂੰ ਬਾਹਰ ਲੈ ਕੇ ਜਾਂਦੀ ਡਿਕਲੇਅਰ ਕਰਨ ਨੂੰ, ਐਂਡ ਜਦੋਂ ਮੈਂ ਦੱਸਦੀ ਹਾਂ ਕਿ ਕੁੜੀ ਹੋਈ ਹੈ, ਰੀਡ देयर ਐਕਸਪ੍ਰੈਸ਼ਨਸ। ਹੁਣ ਮੈਂ ਰੂਲ ਬਣਾ ਲਿਆ, ਜਦੋਂ ਮੁੰਡਾ ਹੁੰਦਾ ਤੇ ਉਹ ਮਿਠਾਈ ਲੈ ਕੇ ਆਉਂਦੇ, ਮੈਂ ਨਹੀਂ ਖਾਂਦੀ,
ਮੈਂ ਕਹਿੰਨੀ ਕਿ ਮੈਂ ਲੱਡੂ ਉਦੋਂ ਖਾਵਾਂਗੀ ਜਦੋਂ ਕੁੜੀ ਦੇ ਤੁਸੀਂ ਕੀ ਬਾਤ ਹੈ, ਦੈਟਸ ਗ੍ਰੇਟ ਡਾਕਟਰ। ਸੋ ਬੜੀ ਛੋਟੀ ਜੀ ਚੇਂਜ ਹੈ ਸਰ। ਨਿਮਰਤ, ਐਜ਼ ਵੂਮਨ ਉਦਾਸ ਨਹੀਂ ਹੁੰਦੇ ਉੱਥੇ ਆਪਰੇਸ਼ਨ ਥੀਏਟਰ 'ਚ? ਤੁਹਾਡਾ ਆਪਣਾ ਮਨ ਨਹੀਂ ਖਰਾਬ ਹੁੰਦਾ ਕਿ ਯਾਰ ਇਹ ਕੀ ਹੋ ਗਿਆ ਲੋਕਾਂ ਨੂੰ, ਇਹ ਅਜੇ ਵੀ ਨਹੀਂ ਸੁਧਰ ਰਹੇ? ਯਾ ਸਰ ਬੜਾ ਬਹੁਤ ਹੀ ਦੁੱਖ ਦੀ ਰਾਗ ਹੈ ਅੱਜ ਸੇ ਔਰਤਾਂ ਲਈ। ਪਰ ਆਈ ਥਿੰਕ ਸਰ ਕਿਉਂਕਿ ਮੈਂ ਇੱਕ ਡਾਕਟਰ ਵੀ ਹਾਂ ਤੇ ਮੇਰੀ ਥੋੜੀ ਪ੍ਰੋਬਲਮ ਸੋਲਵਿੰਗ ਅਪਰੋਚ ਹੈ। ਮੈਂ ਤਾਂ ਸਿਰ ਫਿਰ ਬਹਿ ਜਾਨੀ ਹਾਂ ਡੇਰਾ ਲਾ ਕੇ ਕਿ ਦੱਸੋ ਤੁਸੀਂ ਦੁਖੀ ਕਿਉਂ, ਕੀ ਹੋ ਗਿਆ? ਤੇ ਉਹ ਕਈ ਵਾਰੀ ਕਹਿ ਦਿੰਦੇ ਕਿ ਦੇਖੋ ਜੀ ਅਸੀਂ ਸਾਡੀਆਂ ਤਾਂ ਜ਼ਮੀਨਾਂ ਹੈ, ਕੌਣ ਸੰਭਾਲੂਗਾ? ਮੈਂ ਕਿਹਾ ਕਿਉਂ, ਕੁੜੀਆਂ ਚੰਦ ਤੱਕ ਪਹੁੰਚ ਗਈਆਂ, ਤੁਹਾਡਾ ਟਰੈਕਟਰ ਨਾ ਚਲਾਉਣਗੀਆਂ? ਤੇ ਫਿਰ ਮੈਂ ਐਗਜ਼ਾਮਪਲ ਦਿੰਨੀ ਹੈ ਕਿ ਅਸੀਂ 2 ਕੁੜੀਆਂ ਸੀ, ਸਾਨੂੰ ਸਾਡੇ ਪੈਰੈਂਟਸ ਨੇ ਪੂਰਾ ਪੜਾਇਆ। ਮੇਰੀ ਭੈਣ ਲੰਡਨ ਪੜ੍ਹੀ ਸੀ। ਇੰਨਾ ਕੁ ਬੁਰਾ ਹਾਲ ਹੈ ਕਿ ਆ ਕੋਈ ਐਗਜ਼ਾਮਪਲ ਨਹੀਂ ਹੋਈ ਕਿ ਸਾਡੇ ਜ਼ਮੀਨਾਂ ਨੇ ਉਹਨੂੰ ਸੰਭੂਗਾ ਕੌਣ? ਜੇ ਤੁਹਾਡੀ ਅਜੇ ਵੀ ਇਹ ਸੋਚ ਹੈ ਤਾਂ ਮਾਫ ਕਰਨਾ ਕਿ ਤੁਹਾਡੀ ਬਹੁਤ ਗਿਰੀ ਹੋਈ ਸੋਚ ਹੈ, ਉਹਦਾ ਕੋਈ ਹੱਲ ਨਹੀਂ ਹੋ ਸਕਦਾ। ਇਸ ਸੋਚ ਦੀ ਕੋਈ ਦਵਾਈ ਨਹੀਂ। ਡਾਕਟਰ, ਪੇਰੈਂਟਸ ਨਾਲ ਕਨਵਰਸੇਸ਼ਨ ਹੁੰਦੀ ਹੈ ਜਿੱਦਾਂ ਕਿ ਮੈਂ ਹੁਣ ਕੱਲਾ ਕੁੜੀਆਂ ਤੇ ਨਹੀਂ, ਮੈਂ ਮੇਲਸ ਤੇ ਵੀ ਆਉਣਾ, ਕਿਉਂਕਿ ਮੇਲਸ ਦਾ ਵੀ ਇੱਕ ਪ੍ਰੈਸ਼ਰ ਹੁੰਦਾ ਇੱਕ ਔਰਤ ਤੇ ਕਿ ਤੂੰ ਮੁੰਡਾ ਮੈਨੂੰ ਜੰਮ ਕੇ ਦਵੀਂ। ਤੁਹਾਡੀ ਕਦੇ ਇਦਾਂ ਮੇਲਸ ਨਾਲ ਅਟਰੈਕਸ਼ਨ ਜਾਂ ਕੁੜੀ ਦੇ ਫਾਦਰ ਨਾਲ ਜਾਂ ਉਹਨਾਂ ਦੀ ਸੱਸ, ਉਹਨਾਂ ਨਾਲ ਕੋਈ ਇੰਟਰੈਕਸ਼ਨ? ਐਬਸੋਲੂਟਲੀ ਜੀ, ਜਿੱਦਾਂ ਹੀ ਬੱਚਾ ਲੈ ਕੇ ਜਾਈਦਾ ਹੈ ਉਹ ਤਾਂ ਦੇਖਦੇ ਵੀ ਨਹੀਂ ਕਿ ਬੱਚਾ ਸਾਹ ਲੈ ਰਿਹਾ, ਉਹ ਤਾਂ ਬਸ ਦੇਖਦੇ ਕਿ ਮੁੰਡਾ ਹੈ ਕਿ ਕੁੜੀ ਹੈ। ਤੇ ਉਸ ਐਸਪੈਕਟ ਨੂੰ ਦੇਖ ਕੇ ਜਿੱਦਾਂ ਹੀ ਉਹਨਾਂ ਦੇ ਮੂੰਹ ਗਿੱਧਦੇ ਨੇ ਕਾਫੀ ਬੁਰਾ ਲੱਗਦਾ ਜੀ। ਐਂਡ ਉਹਨਾਂ ਨਾਲ ਕਾਫੀ ਗੱਲਾਂ ਕਰਦੀ ਹੈ, ਮੈਂ ਦੱਸਦੀ ਉਹਨਾਂ ਨੂੰ ਕਿ ਤੁਹਾਡਾ ਬੱਚਾ ਕਾਫੀ ਹੈਲਦੀ ਹੈ, ਦੇਖੋ ਕਿੰਨਾ ਵਧੀਆ weight ਹੈ। ਥੋੜਾ ਜਿਹਾ ਡਿਸਟਰੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਬਟ ਦੈਟਸ ਵੈਰੀ ਸ਼ਾਰਟ ਟਰਮ ਜੀ। ਇਟ ਡਸਨਟ ਮੇਕ ਮਚ ਆਫ ਅ ਡਿਫਰੈਂਸ। ਕਿੱਡੀ ਵੱਡੀ ਗੱਲ ਆ ਜੋ ਨਿਮਰਤ ਤੁਸੀਂ ਕਹੀ ਹੈ ਕਿ ਉਹ ਇਹ ਵੀ ਨਹੀਂ ਦੇਖਦੇ ਵੀ ਉਹਦੇ ਸਾਥ ਚੱਲਦੇ ਨੇ ਨਹੀਂ ਚੱਲਦੇ, ਉਹ ਪਹਿਲਾਂ ਇਹ ਦੇਖਦੇ ਨੇ ਕਿ ਇਹ ਮੁੰਡਾ ਹੈ ਕਿ ਕੁੜੀ ਹੈ। ਐਬਸੋਲੂਟਲੀ। ਸੋ ਇਹ ਜਿਹੜੇ ਐਕਸਪੀਰੀਅੰਸ ਤੁਹਾਡੇ ਨਾਲ ਹੁੰਦੇ ਨੇ, ਹਰ ਰੋਜ਼ ਹੁੰਦੇ ਨੇ ਜਾਂ ਕਿਸ ਟਾਈਮ ਹੋ ਜੇ ਤੁਹਾਨੂੰ ਪਤਾ ਨਹੀਂ ਲੱਗਦਾ, ਐਮਰਜੈਂਸੀਜ਼ ਆ ਜਾਂਦੀਆਂ ਨੇ, ਫਿਰ ਇਹ ਐਕਸਪੀਰੀਅੰਸ ਤੁਹਾਨੂੰ ਮਤਲਬ ਲਿਖਣ ਨੂੰ ਮਜਬੂਰ ਕਰਦੇ ਨੇ ਕਿ ਨਿਮਰਤ ਹੁਣ ਜੋ ਗੱਲਾਂ ਕਹੀਆਂ ਨਹੀਂ ਗਈਆਂ ਉਹ ਸ਼ਾਇਦ ਲਿਖ ਕੇ? ਸਰ ਬਿਲਕੁਲ, ਕਿਉਂਕਿ ਸਰ ਅਸੀਂ ਇਸ ਸੋਸਾਇਟੀ ਦੇ ਬਹੁਤ ਪ੍ਰਿਵਿਲੇਜ ਪਾਰਟ ਦੇ ਵਿੱਚ ਹੈਗੇ ਆ ਜਿੱਥੇ ਅਸੀਂ ਲੋਕਾਂ ਨਾਲ ਸ਼ੇਅਰ ਕਰਦੇ ਹਾਂ ਤੇ ਲੋਕਾਂ ਨੂੰ ਲੱਗਦਾ ਅੱਛਾ ਇਹ ਕਿੱਥੇ ਹੁੰਦਾ ਹੈ। ਸੋ ਇਹ ਲਿਖ ਕੇ ਸਮਝਾਉਣ ਵਾਲੀ ਗੱਲਾਂ ਨੇ ਕਿ ਇਹ ਹੋ ਰਿਹਾ ਹੈ ਤੇ ਜਿੰਨਾ ਹੋ ਸਕੇ ਅਸੀਂ ਉਹਨੂੰ ਅਵੇਅਰ ਕਰੀਏ ਲੋਕਾਂ ਨੂੰ ਕਿ ਇਹ ਗਲਤ ਹੈ। ਕਿ ਅਸੀਂ ਜਿਸ ਮਤਲਬ ਅੱਜ ਦੀ ਲੜਾਈਆਂ ਦੇ ਵਿੱਚ ਬੈਠੇ ਹੋਏ ਆ ਕਿ ਉਹ ਫੀਮੇਲ ਸੈਂਟਰਿਕ ਪਿਕਚਰਾਂ ਨਹੀਂ ਬਣ ਰਹੀਆਂ, ਇਹ ਤਾਂ ਬਹੁਤ ਹੀ ਸੈਕੰਡਰੀ ਗੱਲ ਹੈ। ਫੀਮੇਲਸ ਨੂੰ ਹੀ ਨਹੀਂ ਜਨਮ ਦੇ ਰਹੇ, ਪਿਕਚਰਾਂ ਦਾ ਕਿੱਥੋਂ ਬਣਨਗੀਆਂ? So this is just to create awareness कि एक गलत है and we all know that this is happening and sir ਹੁਣ ਬਹੁਤ ਵਧੀਆ ਇੱਕ ਸਕੀਮ ਆਈ ਹੈ actually coming to that a few days ago I was very pleasantly surprised ਜੀ ਕਿ ਹੁਣ ਇੱਕ ਨੋਟਿਸ ਆਇਆ ਹੈ ਸਾਨੂੰ ਗਵਰਨਮੈਂਟ ਵੱਲੋਂ ਕਿ ਕੋਈ ਵੀ ਫੀਮੇਲ ਪ੍ਰੈਗਨੈਂਟ ਔਰਤ ਜੇ ਹਸਪੀਟਲ 'ਚ ਐਡਮਿਟ ਹੁੰਦੀ ਹੈ, ਉਹ ਕੋਈ ਤੰਗ ਹੁੰਦੀ ਹੈ, ਕੋਈ ਡਿਲੀਵਰੀ ਤੋਂ ਬਾਅਦ ਉਹਨੂੰ ਇਨ-ਲॉज ਤੰਗ ਕਰਦੇ ਹੈ ਜਾਂ ਕੁਝ ਨਾਲ ਦੀ ਨਾਲ ਰਿਪੋਰਟ ਕੀਤੀ ਜਾਵੇ। ਇਹ ਇੱਕ ਔਰਤਾਂ ਲਈ ਬਹੁਤ ਹੀ ਹੈਲਪਫੁਲ ਚੀਜ਼ ਹੈ, ਡਾਕਟਰਸ ਲਈ ਬੜੀ ਮੋਟੀਵੇਟਿੰਗ ਚੀਜ਼ ਹੈਗੀ ਹੈ। ਸੋ ਆਈਡ ਸੇ ਆਈ ਥਿੰਕ ਥੀਸ ਕਾਈਂਡ ਆਫ ਚੇਂਜਸ ਸਰ ਇਹ ਤਾਂ ਹੀ ਆ ਸਕਦੀਆਂ ਜੇ ਅਵੇਅਰਨੈਸ ਹੋਵੇ, ਨਹੀਂ ਤਾਂ ਆਪਾਂ ਆਪਣੇ ਘਰਾਂ 'ਚ ਬੈਠੇ ਸਾਨੂੰ ਕੋਈ ਆਈਡੀਆ। ਅੱਛਾ, ਜਦੋਂ ਤੁਹਾਡੇ ਕੋਲ ਕੋਈ ਔਮਨ ਡਿਲੀਵਰੀ ਲਈ ਆਉਂਦੀ ਆ, ਰਾਈਟ, ਜਿਹੜੀਆਂ ਕੁਝ ਤਾਂ ਅਨਕੌਂਸ਼ੀਅਸ ਹੁੰਦੀਆਂ ਨੇ, ਜੋ ਕੌਂਸ਼ੀਅਸ ਔਮਨ ਹੁੰਦੀਆਂ ਨੇ, ਜੋ ਗੱਲ ਕਰ ਸਕਦੀਆਂ ਨੇ, ਤੁਹਾਡੀ ਪ੍ਰੀ ਡਿਲੀਵਰੀ ਉਹਨਾਂ ਨਾਲ ਕੀ ਗੱਲ ਹੁੰਦੀ ਹੈ ਕਿ ਉਹਨਾਂ ਦੀਆਂ ਗੱਲਾਂ 'ਚ ਵੀ ਤੁਹਾਨੂੰ ਲੱਗਦਾ ਕਿ ਉਹ ਇਸ਼ਾਰਾ ਦਿੰਦੀਆਂ ਨੇ ਵੀ ਰੱਬਾ ਸਾਡੇ ਕੋਲ ਬੇਟਾ ਹੀ ਹੋਣਾ ਚਾਹੀਦਾ? ਉਹ ਕਨਵਰਸੇਸ਼ਨ ਵੀ ਡਿਸਟਰਬਿੰਗ ਕਰਦੀ ਹੋ ਤੁਹਾਨੂੰ ਕਿ ਯਾਰ ਇਹ? ਐਬਸੋਲੂਟਲੀ ਸਰ, ਮੈਂ ਜਿਵੇਂ ਤੁਹਾਨੂੰ ਕਿਹਾ ਸਰ ਕਿ ਐਜ਼ ਅ ਡਾਕਟਰ ਨਾ ਤੁਹਾਡੀ ਪ੍ਰੋਬਲਮ ਸੋਲਵਿੰਗ ਅਪਰੋਚ ਬਣ ਜਾਂਦੀ ਹੈ। ਸੋ ਮੈਂ ਨਾ ਹੁਣ ਸਮਝ ਲਿਆ ਕਿ ਐਜੂਕੇਸ਼ਨ ਬਹੁਤ ਵੱਡਾ ਇੱਕ ਰੋਲ ਪਲੇ ਕਰਦਾ ਇਹਦੇ 'ਚ। ਸੋ ਬਿਫੋਰ ਡਿਲੀਵਰੀ ਤਾਂ ਪੁੱਛ ਲਈਦਾ ਕਿ ਹਾਂ ਕੀ ਹਾਲ ਹੈ, ਕੋਈ ਤੁਹਾਨੂੰ ਬੀਪੀ ਸ਼ੂਗਰ ਤਾਂ ਨਹੀਂ, ਮੈਡੀਕਲ ਰਿਲੇਟਡ। ਫਿਰ ਮੈਂ ਪੁੱਛ ਲੈਂਦੀ ਹੁੰਦੀ ਉਹਨਾਂ ਨੂੰ ਕਿ ਅੱਛਾ ਤੁਸੀਂ ਸਕੂਲ ਗਏ ਸੀ, ਕਿੱਥੇ ਤੱਕ ਪੜ੍ਹੇ ਹੋ, ਤੁਹਾਡੇ ਘਰੇ ਕੌਣ ਹੈ, ਪਹਿਲਾਂ ਕਿੰਨੇ ਬੱਚੇ ਸੀ? ਉਹਦੇ ਨਾਲ ਨਾ ਥੋੜਾ ਜਿਹਾ ਆਈਡੀਆ ਹੋ ਜਾਂਦਾ ਸਰ। ਜਿਹੜੇ ਤਾਂ ਜਿਨ੍ਹਾਂ ਦੀ ਪਹਿਲਾਂ ਡਾਟਰਸ ਹੁੰਦੀਆਂ ਇੱਕ ਅੱਧੀਆਂ, ਜਿਨ੍ਹਾਂ ਨੂੰ ਵਿਚਾਰਿਆਂ ਨੂੰ ਮੌਕਾ ਨਹੀਂ ਮਿਲਿਆ ਹੁੰਦਾ, ਉਹ ਤੇ 100% ਪਤਾ ਹੈ ਕਿ ਜਿੱਦਾਂ ਹੀ ਬੱਚਾ ਰੋਗਾ ਉਹਦਾ ਮੂੰਹ ਉਤਰੂਗਾ ਕਿ ਇਹ ਤਾਂ ਕੁੜੀ ਹੈ। ਜਿਹੜੇ ਸਰ ਥੋੜੇ ਬਹੁਤੇ ਪੜ੍ਹੇ ਲਿਖੇ ਹੁੰਦੇ ਨੇ, ਥੋੜੇ ਸ਼ਹਿਰ 'ਚ ਆ ਜਾਂਦੇ ਨੇ, ਜਾਂ ਜਿਨ੍ਹਾਂ ਦੇ ਵਰਕਿੰਗ ਮਾਹੌਲ ਹੈਗਾ, ਜਾਂ ਆਪ ਉਹ ਕਾਲਜ ਜਾਂ ਘਰੇ ਕੋਈ ਵੀ ਕੰਮ ਕਰਦੀਆਂ ਹੁੰਦੀਆਂ, ਚਾਹੇ ਉਹ ਇੱਕ ਤਾਂ ਸਰ ਬਹੁਤ ਵਧੀਆ ਸੀ, ਇੱਕ ਲੇਡੀ ਸੀ, ਉਹਦੇ ਹਸਬੈਂਡ ਆਟੋ ਰਿਕਸ਼ਾ ਚਲਾਉਂਦੇ ਸੀਗੇ, ਹਿੰਦੂ ਲੇਡੀ ਸੀ, ਮੈਨੂੰ ਹੁਣ ਵੀ ਯਾਦ ਹੈ, ਤੇ ਉਹ ਲੱਡੂ ਬਣਾਉਂਦੀ ਸੀ। ਉਹਨੇ ਲੋਕਡਾਊਨ 'ਚ ਲੱਡੂ ਬਣਾਉਣੇ ਸ਼ੁਰੂ ਕਰਤੇ ਤੇ ਉਹ ਹੱਸ ਰਹੀ ਸੀ, ਕਹਿੰਦੀ ਕਿ ਮੇਰੇ ਜਿਹੜਾ ਬੱਚਾ ਹੁਣ ਪੈਦਾ ਹੋਊਗਾ ਨਾ, ਉਹਦੇ ਸਾਰੇ ਕੱਪੜੇ ਮੈਂ ਆਪਣੇ ਲੱਡੂਆਂ ਦੇ ਬਿਜ਼ਨਸ ਤੋਂ ਸ਼ੁਰੂ ਕੀਤੇ। ਐਂਡ ਉਹ ਜਿੱਦਾਂ ਹੀ ਕੁੜੀ ਹੋਈ ਸਰ, ਉਹ ਇੰਨੀ ਖੁਸ਼ ਸੀ, ਉਹ ਕਹਿੰਦੀ ਬੱਚਾ ਠੀਕ ਹੈ ਨਾ। ਆਈ ਡੋਂਟ ਨੋ ਕਿ ਕੋਵਿਡ ਦੇ ਵਿੱਚ ਡਿਲੀਵਰੀ ਹੋਣ ਕਰਕੇ ਸੀਗਾ ਜਾਂ ਉਹਦਾ ਆਪਣਾ ਮਾਈਂਡਸੈਟ ਸੀ, ਬਟ ਸਮਵੇਅਰ ਸਰ ਆਈ ਲਾਈਕ ਟੂ ਬਿਲੀਵ ਕਿ ਉਹ ਇੰਨੀ ਇੰਡੀਪੈਂਡੈਂਟ ਸੀਗੀ ਕਿ ਉਹਨੂੰ ਸੀ ਕਿ ਮੈਂ ਲੱਡੂ ਬਣਾਉਣੀ ਹੈ ਨਾ, ਮੇਰੀ ਕੁੜੀ ਵੀ ਆਪਣਾ ਕੁਝ ਕੰਮ ਕਰੇ। ਸੋ ਨਿਮਰਤ, ਕੀ ਲੱਗਦਾ ਸੁਧਾਰ ਹੋ ਜਾਊਗਾ? ਤੁਸੀਂ ਦੇਖਦੇ ਹੋ, ਤੁਸੀਂ ਵਿਚਰਦੇ ਹੋ, ਤੁਹਾਡਾ ਬਾਅਦ ਦੇਖੋ, ਤੁਹਾਡਾ ਲੇਬਰ ਕਲਾਸ ਨੂੰ ਵੀ ਤੁਸੀਂ ਡਿਲੀਵਰ ਕਰਾਉਂਦੇ ਹੋ,
ਤੁਸੀਂ ਪੜ੍ਹੇ ਲਿਖੇ ਹਾਈ ਸੁਸਾਇਟੀਜ਼ ਨੂੰ ਵੀ ਡਿਲੀਵਰ ਕਰਾਉਂਦੇ ਹੋ। ਜੀ ਮੈਂਟੈਲਿਟੀ ਸੇਮ ਹੀ ਆ, ਕੋਈ ਖਾਸ ਫਰਕ ਨਹੀਂ। ਆਪਾਂ ਨਹੀਂ। ਅੰਦਾਜ਼ਾ ਲਾ ਲਿਆ ਹੈ ਕਿ ਡਸਟਬਿਨ ਹੀ ਆ ਮੈਂਟੈਲਿਟੀ, ਦੈਟਸ ਇਟ। ਮੈਂ ਤਾਂ ਡਸਟਬਿਨ ਮੈਂਟੈਲਿਟੀ ਕਹੂੰਗਾ ਕਿਉਂਕਿ ਕੂੜਾ ਹੀ ਆ ਉਹਦੇ 'ਚ। ਤੇ ਕੀ ਲੱਗਦਾ, ਕੀ ਫੀਲ ਕਰਦੇ ਹੋ, ਅਸੀਂ ਕਦੇ ਇਸ ਚੀਜ਼ ਤੋਂ ਬਾਹਰ ਆ ਜਾਾਂਗੇ, ਇਹ ਕਨਵਰਸੇਸ਼ਨ ਤੋਂ ਬਾਹਰ ਆ ਜਾਾਂਗੇ? ਸਰ ਸਲੋਲੀ ਚੇਂਜ ਤੇ ਆ ਰਿਹਾ ਹੈ। ਆਈਡ ਸੇ ਕਾਫੀ ਚੇਂਜ ਆ ਰਿਹਾ ਹੈ। ਅਸੀਂ ਇਨ ਅ ਡਿਪਾਰਟਮੈਂਟ ਆਫ 7 ਅਸੀਂ 5 ਫੀਮੇਲਸ ਹੈਗੀਆਂ ਐਂਡ ਯੂ نو ਮੋਢੇ ਤੋਂ ਮੋਢੇ ਲਾ ਕੇ ਅਸੀਂ ਬੰਦਿਆਂ ਨਾਲ ਕੰਮ ਕਰੀਦਾ ਹੈ। ਸੋ ਸਲੋਲੀ ਚੇਂਜ ਆ ਰਿਹਾ, ਪਰ ਆ ਪੇਸ ਬਹੁਤ ਸਲੋ ਹੈ ਜੀ। ਜੋ ਚੀਜ਼ਾਂ ਅੱਜ ਸਾਨੂੰ ਲਗਜ਼ਰੀ ਲੱਗਦੀਆਂ ਕਿ ਉਹ ਯੂ نو ਸਾਨੂੰ ਪੜਨ ਦਾ ਮੌਕਾ ਦਿੱਤਾ ਸੀ, ਸਾਨੂੰ ਨਾ ਬਾਹਰ ਭੇਜਿਆ ਸੀ ਜੀ ਪੜਨ, ਇਹ ਸਰ ਨਾਰਮਲ ਚੀਜ਼ਾਂ ਨਹੀਂ, ਇਹ ਲਗਜ਼ਰੀ ਹੈ ਨਹੀਂ ਰੀਅਲ ਲਾਈਫ ਦੇ ਵਿੱਚ। ਪਰ ਅਸੀਂ ਇੰਨੀ ਥੱਲਿਓਂ ਸ਼ੁਰੂ ਕੀਤਾ ਕਿ ਸਾਨੂੰ ਇਹ ਬਹੁਤ ਵੱਡੀਆਂ ਗੱਲਾਂ ਲੱਗਦੀਆਂ। ਸੋ ਆਈ ਥਿੰਕ ਦ ਜਰਨੀ ਇਜ਼ ਟੂ ਮਚ ਸਰ, ਸਲੋਲੀ ਚੇਂਜ ਆ ਰਿਹਾ ਹੈ, ਬਟ ਆਈ ਥਿੰਕ ਅਵੇਅਰਨੈਸ ਪਲੇਜ਼ ਅ ਬਿਗ ਰੋਲ। ਹਜੇ ਬਹੁਤ ਲੰਬੀ ਸੈਰ ਬਾਕੀ ਹੈ ਜੀ, ਹਜੇ ਸਾਡੀ ਮੰਜ਼ਿਲ ਬਹੁਤ ਦੂਰ ਹੈਗੀ ਹੈ। ਜਾਂ ਇੱਕ ਹੋਰ ਵੀ ਇੱਥੇ ਬੜਾ ਕੁਐਸਚਨ ਆਉਂਦਾ ਡਾਕਟਰ, ਕਿ ਮੈਂ ਇੱਥੇ ਮੇਲਸ ਤੇ ਵੀ ਬੜਾ ਕੁਐਸਚਨ ਖੜਾ ਹੁੰਦਾ ਕਿ ਮੁੰਡਾ ਜੰਮਣ ਦੇ ਚੱਕਰ ਦੇ ਵਿੱਚ ਇੱਕ ਪ੍ਰੈਗਨੈਂਸੀ ਤੋਂ ਦੂਜੀ ਪ੍ਰੈਗਨੈਂਸੀ ਦੇ ਵਿੱਚ ਜਿਹੜਾ ਗੈਪ ਚਾਹੀਦਾ, ਉਹ ਵੀ ਲੋਕ ਭੁੱਲ ਜਾਂਦੇ ਨੇ। ਬਿਲਕੁਲ ਰਾਈਟ, ਉਹ ਡਿਸਰਿਸਪੈਕਟ ਕਰਦੇ ਆ। ਤੇ ਪਰ ਹੁੰਦਾ ਉਹੀ ਆ ਜੋ ਦਾਤਾ ਨੂੰ ਮਨਜ਼ੂਰ ਆ। ਸੋ ਇਹ ਵੀ ਕਿਤੇ ਨਾ ਕਿਤੇ ਇੱਕ ਔਰਤ ਨੂੰ ਮੈਂਟਲੀ ਤੇ ਫਿਜ਼ੀਕਲੀ ਬਹੁਤ ਜ਼ਿਆਦਾ ਇੱਕ ਤਰ੍ਹਾਂ ਦੀ ਕਹ ਲਓ ਕਿ ਟੌਰਚਰ ਆ। ਐਬਸੋਲੂਟਲੀ, ਕਿਉਂਕਿ ਆਈ ਥਿੰਕ ਸੋ ਇਟਸ ਅ 3 ਇਅਰਸ ਗੈਪ ਮੈਂਡੇਟਰੀ, ਰਾਈਟ? ਹਾਂਜੀ, ਐਟ ਲੀਸਟ 2 ਜੀ ਮਿਨੀਮਮ, ਐਟ ਲੀਸਟ 2 ਮਿਨੀਮਮ, ਰਾਈਟ? ਪਰ ਫਿਰ ਵੀ ਤੁਸੀਂ ਦੇਖਿਆ ਕਿ ਪਿਛਲੇ ਸਾਲ ਕੁੜੀ ਹੋਈ ਹੈ ਤੇ ਇਸ ਵਾਰ ਫਿਰ ਉਹ ਨੈਕਸਟ ਈਅਰ ਸ਼ੀ ਇਜ਼ ਪ੍ਰੈਗਨੈਂਟ, ਤੇ ਜਸਟ ਬਿਕੋਜ਼ ਕਿ ਹੁਣ ਮੁੰਡਾ ਹੋਊਗਾ, ਰਾਈਟ? ਤੇ ਜਦੋਂ ਫਿਰ ਕੁੜੀ ਹੋ ਜਾਂਦੀ ਆ ਤੇ ਐਂਡ ਮੈਂ ਸੁਣਿਆ ਕਿ ਇਟਸ ਡਿਪੈਂਡਸ ਔਨ ਮੇਲ ਆਲਸੋ ਜੀ। ਮੈਂ ਤੁਹਾਡੇ ਚੈਨਲ ਦੇ ਰਾਹੀਂ ਸਭ ਤੋਂ ਵੱਡੀ ਅਵੇਅਰਨੈਸ ਦੇਣਾ ਚਾਹੁੰਦੀ ਹੈ ਕਿ ਇੱਕ ਬੱਚੇ ਦਾ ਸੈਕਸ ਡਿਟਰਮਿਨ ਹੀ ਫਾਦਰ ਦਾ ਸਪਰਮ ਕਰਦਾ ਹੈ। ਯੈਸ, ਉਹਦੇ ਚ ਮਦਰ ਦਾ ਜੀ ਕੋਈ ਰੋਲ ਹੀ ਨਹੀਂ ਹੈਗਾ। ਤੇ ਇਹ ਮੈਂ ਜਿੰਨੇ ਲੋਕਾਂ ਨੂੰ ਦੱਸਦੀ, ਉਹ ਕਹਿੰਦੇ ਨਹੀਂ ਜੀ ਕੁੜੀ ਚ ਨੁਕਸ ਹੈ। ਮੈਂ ਦੱਸਣਾ ਚਾਹੁੰਦੀ ਹਾਂ ਕੁੜੀ ਚ ਨੁਕਸ ਨਹੀਂ ਹੈ ਜੀ, ਉਹਦਾ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਹੈ ਸਿਸਟਮ ਦੇ ਨਾਲ। ਪਰ ਇਹ ਸਾਡੀ ਕੁਦਰਤ ਦੀ ਸਜ਼ਾ ਹੀ ਹੈ ਸਰ, ਜਿਹੜੀ ਕੁੜੀਆਂ ਹੀ ਭੋਗ ਰਹੀਆਂ ਨੇ। ਯੈਸ, ਪਰ ਉਮੀਦ ਕਰਦੇ ਹਾਂ ਕਿ ਡਾਕਟਰ ਨਿਮਰਤ ਨੇ ਇਹ ਗੱਲਾਂ ਦੱਸੀਆਂ, ਫੀਲ ਕੀਤੀਆਂ, ਕਿਉਂਕਿ ਇੱਕ ਕਰੇਜ ਇਹਨਾਂ ਨੇ ਦਿਖਾਈ। ਇਹਨਾਂ ਦੇ ਆਰਟੀਕਲਸ ਇਹ ਲਿਖ ਰਹੇ ਨੇ ਅੱਜ ਕੱਲ੍ਹ ਹਿੰਦੁਸਤਾਨ ਟਾਈਮਸ ਦੇ ਵਿੱਚ ਵੀ, ਟ੍ਰਿਬਿਊਨ ਦੇ ਵਿੱਚ ਵੀ। ਇਹਨਾਂ ਨਾਲ ਬੈਠਣ ਦਾ ਇਹੀ ਕਾਰਨ ਸੀ ਕਿਉਂਕਿ ਇਹਨਾਂ ਨੇ ਉਹ ਚੀਜ਼ਾਂ ਦੱਸੀਆਂ ਕਿ ਅਜੇ ਵੀ ਜਿਹੜੀ ਹਾਰਸ਼ ਰਿਐਲਿਟੀ ਆ ਨਾ, ਉਹ ਕੀ ਹੈ। ਤੇ ਥੈਂਕ ਯੂ ਨਿਮਰਤ, ਤੁਸੀਂ ਟਾਈਮ ਦਿੱਤਾ। ਤੇ ਹੋਰ ਵੀ ਗੱਲਾਂ ਬਹੁਤ, ਕਦੇ ਟਾਈਮ ਲੱਗਿਆ ਨਿਮਰਤ ਨਾਲ ਬੈਠਾਂਗੇ, ਗੱਲਾਂ ਬਾਤਾਂ ਕਰਦੇ ਰਹਾਂਗੇ। ਬਟ ਅੱਜ ਨਿਮਰਤ ਨੇ ਜੋ ਦੱਸਿਆ ਵਾਕਈ ਇੱਕ ਹਾਰਸ਼ ਰਿਐਲਿਟੀ, ਤੇ ਉਹਦੇ ਤੇ ਸਾਨੂੰ ਕੰਮ ਕਰਨਾ ਪੈਣਾ, ਕਿਉਂਕਿ ਜੇ ਅਸੀਂ ਅਜੇ ਵੀ ਇਹਨਾਂ ਹਾਲ ਦੇ ਵਿੱਚ ਫਸੇ ਹੋਏ ਹਾਂ ਤੇ ਇਟਸ ਵੈਰੀ ਬੈਡ ਫॉर ਆਲ ਆਫ ਅਸ। ਤੇ ਬਹੁਤ ਵੱਡਾ ਸਵਾਲ ਹੈ ਸਾਡੀ ਮੈਂਟੈਲਿਟੀ ਤੇ। ਸੋ ਲਾਈਫ ਟਾਕਸ ਦੇ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਨਿਮਰਤ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਥੈਂਕ ਯੂ।